Hello students, I am your teacher Dr. Satwinder Kaur, and in today's lecture I will teach you about the theory of Big Push, and this theory is given by Rothstein Rodan. So we will start this theory by explaining that when we are explaining that what is the process of growth in less developed countries and how the problem of capital formation can be solved in less developed countries. So for that there are two theories. The first theory is theory of big push, and the second theory is the theory of critical minimum effort. ਸੋ ਆਪਾਂ ਇਸ ਲੈਕਚਰ ਦੇ ਵਿੱਚ ਬੇਸਿਕਲੀ ਥਿਊਰੀ ਆਫ ਬਿਗ ਪੁਸ਼ ਦੀ ਗੱਲ ਕਰਾਂਗੇ। ਥਿਊਰੀ ਆਫ ਬਿਗ ਪੁਸ਼ ਜਿਵੇਂ ਮੈਂ ਆਲਰੇਡੀ ਦੱਸਿਆ ਕਿ ਇਹ ਰੋਸਟਿਨ ਰੋਡਾਨ ਦੇ ਨਾਮ ਦੇ ਇੱਕ ਇਕੋਨਮਿਸਟ ਨੇ ਨੋਟਸ ਔਨ ਦਾ ਥਿਊਰੀ ਆਫ ਬਿਗ ਪੁਸ਼ ਦੇ ਵਿੱਚ ਐਕਸਪਲੇਨ ਕੀਤੀ ਹੈ, ਜਿਸ ਦੇ ਵਿੱਚ ਨਾਮ ਤੋਂ ਹੀ ਐਕਸਪਲੇਨ ਹੁੰਦਾ ਹੈ ਕਿ ਉਹ ਇਸ ਚੀਜ਼ ਦੇ ਬਾਰੇ ਗੱਲ ਕਰਦੇ ਨੇ ਕਿ ਅਗਰ ਤੁਸੀਂ ਲੈਸ ਡਿਵੈਲਪ ਕੰਟਰੀਜ਼ ਦੇ ਵਿੱਚ ਜਿਨ੍ਹਾਂ ਵਿੱਚ ਆਲਰੇਡੀ ਕੈਪੀਟਲ ਫਾਰਮੇਸ਼ਨ ਦੀ ਬਹੁਤ ਕਮੀ ਪਾਈ ਜਾਂਦੀ ਹੈ, ਗਰੋਥ ਦੀ ਬਹੁਤ ਕਮੀ ਪਾਈ ਜਾਂਦੀ ਹੈ, ਉਹਨਾਂ ਦਾ ਵਿਕਾਸ ਕਰਨਾ ਚਾਹੁੰਦੇ ਹੋ, ਗਰੋਥ ਕਰਨਾ ਚਾਹੁੰਦੇ ਹੋ ਉਹਨਾਂ ਕੰਟਰੀਜ਼ ਦੀ, ਤਾਂ ਉੱਥੇ ਇੱਕ ਵੱਡੇ ਪੁਸ਼ ਦੀ ਬਿਗ ਪੁਸ਼ ਦੀ ਜ਼ਰੂਰਤ ਹੁੰਦੀ ਹੈ। ਚਾਹੇ ਉਹ ਬਿਗ ਪੁਸ਼ ਸਕਿੱਲ ਫਾਰਮੇਸ਼ਨ, ਬੈਕਵਰਡ ਇਕਨੋਮਿਕ ਇਨਫਰਾਸਟਰਕਚਰ ਨੂੰ ਇੰਪਰੂਵ ਕਰਨ ਦੇ ਲਈ ਇਰੀਗੇਸ਼ਨ, ਟਰਾਂਸਪੋਰਟ, ਬੈਂਕਿੰਗ ਤੇ ਕਮਿਊਨੀਕੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਕੇ ਕੀਤਾ ਜਾਏ। ਦੈਟ ਇਜ਼ ਇਨ ਥੀਸ ਆਲ ਵੇਜ਼ ਜਿਹੜਾ ਹੈ ਬਿਗ ਪੁਸ਼ ਜਿਹੜੀ ਹੈ ਜ਼ਰੂਰਤ ਹੁੰਦੀ ਹੈ। ਬਿਗ ਪੁਸ਼ ਦਾ ਮਤਲਬ ਉਹਨਾਂ ਦਾ ਮਤਲਬ ਹੈ ਕਿ ਇੱਕ ਹਾਈ ਲੈਵਲ ਆਫ ਇਨਵੈਸਟਮੈਂਟ ਦੇ ਇੰਜੈਕਸ਼ਨ ਜਾਂ ਇਨਵੈਸਟਮੈਂਟ ਦੀ ਡੋਜ਼ ਬਹੁਤ ਲੰਬੇ ਲੈਵਲ ਦੇ ਉੱਤੇ ਇਕੋਨਮੀ ਨੂੰ ਉਹਨਾਂ ਦੀਆਂ ਪ੍ਰੋਬਲਮਸ ਤੋਂ ਬਾਹਰ ਕੱਢਣ ਦੇ ਲਈ ਜ਼ਰੂਰੀ ਹੈ। ਸੋ ਓਬਵੀਅਸਲੀ ਇਹ ਜਦੋਂ ਬਿਗ ਪੁਸ਼ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਉਹਨਾਂ ਨੇ ਗਵਰਨਮੈਂਟ ਦਾ ਰੋਲ ਬਹੁਤ ਵੱਡਾ ਐਕਸਪਲੇਨ ਕੀਤਾ, ਕਿਉਂਕਿ ਇੰਨਾ ਵੱਡਾ ਪੁਸ਼ ਜਿਹੜਾ ਹੈ ਉਹ ਇਨੀਸ਼ੀਏਟ ਸਿਰਫ ਗਵਰਨਮੈਂਟ ਦੀ ਸਟੇਟ ਦੀ ਹੈਲਪ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਤੇ ਕਈ ਚੀਜ਼ਾਂ ਇਹੋ ਜਿਹੀਆਂ, ਕਈ ਫੈਕਟਰਸ ਇਹੋ ਜਿਹੇ ਨੇ ਜਿਹੜੇ ਇੱਥੇ ਕੰਮ ਕਰਦੇ ਨੇ ਜਿਨ੍ਹਾਂ ਵਿੱਚ ਪ੍ਰਾਈਵੇਟ ਐਂਟਰਪ੍ਰੀਨੋਰਸ ਜਿਹੜੇ ਨੇ ਉਹ ਅੱਗੇ ਨਹੀਂ ਵੱਧ ਸਕਦੇ, ਜਿਵੇਂ ਕਿ ਸੋਸ਼ਲ ਓਵਰਹੈਡ ਜਾਂ ਇਨਫਰਾਸਟਰਕਚਰ ਡਿਵੈਲਪਮੈਂਟਸ। ਸੋ ਇਹਨਾਂ ਕੰਟਰੀਜ਼ ਨੂੰ, ਲੈਸ ਡਿਵੈਲਪ ਕੰਟਰੀਜ਼ ਨੂੰ, ਜੇਕਰ ਤੁਸੀਂ ਗਰੀਬੀ ਦੇ ਕੁਚੱਕਰ ਜਿਹਨੂੰ ਆਪਾਂ ਵਿਸ਼ੀਅਸ ਸਰਕਲ ਆਫ ਪਾਵਰਟੀ ਬੋਲਦੇ ਹਾਂ ਚੋਂ ਬਾਹਰ ਨਿਕਾਲਣਾ ਚਾਹੁੰਦੇ ਹੋ, ਲੋ ਇਨਵੈਸਟਮੈਂਟ, ਲੋ ਪ੍ਰੋਫਿਟੇਬਿਲਿਟੀ ਦੇ ਚੱਕਰ ਚੋਂ ਜੇ ਤੁਸੀਂ ਬਾਹਰ ਨਿਕਾਲਣਾ ਚਾਹੁੰਦੇ ਹੋ ਤਾਂ ਇਹਨਾਂ ਕੰਟਰੀਜ਼ ਦੇ ਵਿੱਚ ਬਹੁਤ ਵੱਡੇ ਬਿਗ ਪੁਸ਼ ਦੀ ਜ਼ਰੂਰਤ ਹੁੰਦੀ ਹੈ, ਜਿਹੜਾ ਕਿ ਇਕੋਨਮੀ ਨੂੰ ਸਟਰੋਂਗ ਬਣਾਏ ਤੇ ਸੈਲਫ ਸਸਟੇਨ ਗਰੋਥ ਜਿਹੜੀ ਹੈ ਇਕੋਨਮੀ ਦੇ ਵਿੱਚ ਲੈ ਕੇ ਆਏ। ਇਸ ਦੇ ਰਿਲੇਟਿਡ ਰੋਸਟਿਨ ਰੋਡਾਨ ਚਰਚਾ ਕਰਦੇ ਨੇ ਕਿ ਜਿਹੜੀਆਂ ਕੰਟਰੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੰਡੀਵਿਜ਼ਿਬਿਲਿਟੀਜ਼ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ। ਜਦੋਂ ਇਹ ਇੰਡੀਵਿਜ਼ਿਬਿਲਿਟੀਜ਼ ਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ ਤਾਂ ਉਹਨਾਂ ਨਾਲ ਜਿਹੜੀ ਹੈ ਇੱਕ ਐਕਸਟਰਨਲ ਇਕੋਨਮੀਜ਼ ਆਉਂਦੀਆਂ ਨੇ ਸਿਸਟਮ ਦੇ ਵਿੱਚ, ਜਿਹੜੀਆਂ ਕਿ ਇੱਕ ਚੇਨ, ਇੱਕ ਪੰਪ ਪ੍ਰੀਮਿੰਗ ਸਿਸਟਮ ਨੂੰ ਸ਼ੁਰੂ ਕਰ ਦਿੰਦੀਆਂ ਨੇ, ਜਿਸ ਦੇ ਨਾਲ ਸਕੇਲ ਆਫ ਪ੍ਰੋਡਕਸ਼ਨ ਵੀ ਇਨਕਰੀਜ਼ ਹੁੰਦਾ, ਪ੍ਰੋਫਿਟਸ ਵੀ ਇਨਕਰੀਜ਼ ਹੁੰਦੇ ਨੇ। ਸੋ ਇਹ ਜਿਹੜੀਆਂ ਨੇ ਦੈਟ ਇਜ਼ ਕਿ ਵੈਨ ਹੀ ਐਕਸਪਲੇਨ ਅਬਾਊਟ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੰਡੀਵਿਜ਼ਿਬਿਲਿਟੀਜ਼ ਜਿਹੜੀਆਂ ਨੇ ਸਿਸਟਮ ਦੇ ਵਿੱਚ ਐਕਸਪਲੇਨ ਕਰਦੀਆਂ ਨੇ, ਜਿਹੜੀਆਂ ਕਿ ਐਕਸਟਰਨਲ ਇਕੋਨਮੀਜ਼ ਨੂੰ ਲੈ ਕੇ ਆਉਂਦੀਆਂ ਨੇ। ਤੇ ਇਹ ਇੰਡੀਵਿਜ਼ਿਬਿਲਿਟੀਜ਼ ਜਿਹੜੀਆਂ ਨੇ ਉਹ ਤਿੰਨ ਤਰੀਕੇ ਦੇ ਨਾਲ ਆਪਰੇਟ ਕਰਦੀਆਂ ਨੇ। ਪਹਿਲੀ ਇੰਡੀਵਿਜ਼ਿਬਿਲਿਟੀ ਹੈ ਇੰਡੀਵਿਜ਼ਿਬਿਲਿਟੀ ਇਨ ਦਾ ਪ੍ਰੋਡਕਸ਼ਨ ਫੰਕਸ਼ਨ, ਜਿਸ ਨੂੰ ਆਪਾਂ ਸੋਸ਼ਲ ਓਵਰਹੈਡ ਕੋਸਟ ਦੀ ਸਪਲਾਈ ਆਫ ਸੋਸ਼ਲ ਓਵਰਹੈਡ ਕੋਸਟ ਦੇ ਨਾਮ ਨਾਲ ਵੀ ਜਾਣਦੇ ਹਾਂ। ਇਸ ਦੇ ਬਾਰੇ ਆਪਾਂ ਐਕਸਪਲੇਨ ਪੜਾਂਗੇ। ਦੂਸਰੀ ਹੈ ਇੰਡੀਵਿਜ਼ਿਬਿਲਿਟੀ ਆਫ ਡਿਮਾਂਡ ਤੇ ਤੀਸਰੀ ਹੈ ਇੰਡੀਵਿਜ਼ਿਬਿਲਿਟੀ ਆਫ ਸਪਲਾਈ ਆਫ ਸੇਵਿੰਗ। ਸੋ ਪਹਿਲੀ ਆਪਾਂ ਗੱਲ ਕਰਦੇ ਹਾਂ ਇੰਡੀਵਿਜ਼ਿਬਿਲਿਟੀ ਇਨ ਦਾ ਪ੍ਰੋਡਕਸ਼ਨ ਫੰਕਸ਼ਨ। ਸੋ ਇੰਡੀਵਿਜ਼ਿਬਿਲਿਟੀ ਇਨ ਦਾ ਪ੍ਰੋਡਕਸ਼ਨ ਫੰਕਸ਼ਨ ਜਿਹੜੀਆਂ ਨੇ ਉਹ ਕਿਵੇਂ ਯੂਜ਼ ਕੀਤੀਆਂ ਜਾ ਸਕਦੀਆਂ ਨੇ। ਜਿਵੇਂ ਸੋਸ਼ਲ ਓਵਰਹੈਡ ਕੋਸਟ ਹੈ ਜੀ, ਕਈ ਚੀਜ਼ਾਂ ਦੇ ਉੱਤੇ ਜਿਨ੍ਹਾਂ ਨੂੰ ਆਪਾਂ ਐਕਸਪਲੇਨ ਕਰਦੇ ਹਾਂ, ਰੋਡ ਬਣਾਉਣਾ, ਡੈਮ ਬਣਾਉਣਾ, ਨਹਿਰਾਂ ਬਣਾ ਦੇਣਾ, ਪਾਵਰ ਸਪਲਾਈ ਦੀ ਫੈਸਿਲਿਟੀ ਜਿਹੜੀ ਹੈ ਲੋਕਾਂ ਤੱਕ ਮੁਹੱਈਆ ਕਰਾਉਣਾ, ਇੰਡਸਟਰੀਜ਼ ਤੱਕ ਪ੍ਰੋਵਾਈਡ ਕਰਵਾਉਣਾ, ਕਮਿਊਨੀਕੇਸ਼ਨ ਦੇ ਮੈਥਡ, ਟਰਾਂਸਪੋਰਟੇਸ਼ਨ ਦੇ ਮੈਥਡ, ਜਿਵੇਂ ਕਿ ਰੇਲਵੇ ਦੀ ਆਪਾਂ ਗੱਲ ਕਰਦੇ ਹਾਂ ਕਿ ਰੇਲਵੇ ਜਿਹੜਾ ਹੈ ਉਹ ਇੱਕ ਇਹੋ ਜਿਹਾ ਸਿਸਟਮ ਹੈ ਜਿਹੜਾ ਕਿ ਸਿਰਫ ਕੁਝ ਕੁ ਬੰਦਿਆਂ ਦੇ ਹੱਥ ਦੇ ਵਿੱਚ ਜਾਂ ਕਿਸੇ ਸਮਾਲ ਲੈਵਲ ਦੀ ਇਨਵੈਸਟਮੈਂਟ ਦੇ ਉੱਤੇ ਕੰਮ ਨਹੀਂ ਕਰ ਸਕਦਾ। ਤੇ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਟਾਈਮ ਵੀ ਬਹੁਤ ਲੱਗਦਾ, ਲੌਂਗ ਗੈਸਟੇਸ਼ਨ ਪੀਰੀਅਡ ਹੁੰਦਾ, ਇਹਨਾਂ ਦੇ ਵਿੱਚ ਇਨਵੈਸਟਮੈਂਟ ਵੀ ਹਿਊਜ ਲੈਵਲ ਦੀ ਲੱਗਦੀ ਹੈ ਤੇ ਇਹਨਾਂ ਦੇ ਵਿੱਚ ਮੈਕਨਾਈਜੇਸ਼ਨ ਵੀ ਜਿਹੜੀ ਹੈ, ਟੈਕਨੋਲੋਜੀ ਵੀ ਜਿਹੜੀ ਹੁੰਦੀ ਹੈ ਉਹ ਉੱਚ ਦਰਜੇ ਦੀ ਲੱਗਦੀ ਹੈ। ਇਹਦੇ ਨਾਲ ਕੀ ਹੁੰਦਾ ਹੈ ਕਿ
ਇਹ ਸਾਰੇ ਜਿਹੜੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਮੈਂ ਨਾਮ ਲਿੱਤੇ ਨੇ, ਚਾਹੇ ਤੁਸੀਂ ਕਮਿਊਨੀਕੇਸ਼ਨ ਦੀ ਗੱਲ ਕਰੋ, ਟਰਾਂਸਪੋਰਟ ਦੀ ਗੱਲ ਕਰੋ, ਜਾਂ ਤੁਸੀਂ ਪਾਵਰ ਸਪਲਾਈ ਦੀ ਗੱਲ ਕਰੋ, ਇਹ ਜਾਂ ਰੋਡਸ ਦੀ ਗੱਲ ਕਰੋ, ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਜਿਹੜੇ ਨੇ ਇਸ਼ੂਜ਼ ਨੇ। ਇਹ ਇੱਕ ਦੂਜੇ ਦੇ ਉੱਤੇ ਡਿਪੈਂਡ ਕਰਦੇ ਨੇ, ਇਹਨਾਂ ਦੀ ਡਿਵੈਲਪਮੈਂਟ ਇੱਕ ਦੂਜੇ ਤੇ ਡਿਪੈਂਡ ਕਰਦੀ ਹੈ। ਜੇਕਰ ਤੁਸੀਂ ਅੱਛੇ ਟਰਾਂਸਪੋਰਟੇਸ਼ਨ ਸਿਸਟਮ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤੁਹਾਨੂੰ ਰੋਡਸ ਵੀ ਅੱਛੀਆਂ ਬਣਾਉਣੀਆਂ ਪੈਣਗੀਆਂ। ਜੇਕਰ ਤੁਸੀਂ ਪਾਵਰ ਸਪਲਾਈ ਨੂੰ ਅੱਛਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬ੍ਰਿਜ ਵੀ ਬਣਾਉਣੇ ਪੈਣਗੇ ਤੇ ਕੈਨਾਲ ਵੀ ਬਣਾਉਣੀ ਪਏਗੀ ਅੱਛੀ, ਕਿ ਨਹਿਰਾਂ ਹੋਣਗੀਆਂ ਤਾਂ ਉਹਨਾਂ ਨੂੰ ਅੱਛੀ ਤਰੀਕੇ ਨਾਲ ਪਾਵਰ ਸਪਲਾਈ ਦੇ ਲਈ ਯੂਜ਼ ਕੀਤਾ ਜਾ ਸਕਦਾ ਹੈ। ਤਾਂ ਜਦੋਂ ਇਹਨਾਂ ਸੈਕਟਰਸ ਦੇ ਵਿੱਚ ਇੱਕ ਲੰਬੀ ਲੰਪਸਮ ਇਨਵੈਸਟਮੈਂਟ ਕੀਤੀ ਜਾਂਦੀ ਹੈ, ਹਾਈ ਡੋਜ਼ ਹਾਈ ਇੰਜੈਕਸ਼ਨ ਜਿਹੜੇ ਨੇ ਇਨਵੈਸਟਮੈਂਟ ਦੇ ਪੁੱਟ ਔਨ ਕੀਤੇ ਜਾਂਦੇ ਨੇ ਸਿਸਟਮ ਦੇ ਵਿੱਚ, ਤਾਂ ਉਸਦੇ ਨਾਲ ਐਕਸਟਰਨੈਲਿਟੀਜ਼ ਆਉਂਦੀਆਂ ਨੇ। ਐਕਸਟਰਨੈਲਿਟੀਜ਼ ਦਾ ਮਤਲਬ ਤੁਸੀਂ ਮਾਈਕਰੋ ਇਕਨੋਮਿਕਸ ਬਹੁਤ ਚੰਗੀ ਤਰ੍ਹਾਂ ਪੜ੍ਹਦੇ ਹੋ। ਦੋ ਤਰ੍ਹਾਂ ਦੀਆਂ ਇੰਡਸਟਰੀਜ਼ ਦੇ ਲਈ ਐਕਸਟਰਨੈਲਿਟੀਜ਼ ਹੁੰਦੀਆਂ ਨੇ। ਇੱਕ ਇੰਟਰਨਲ ਹੁੰਦੀਆਂ ਨੇ ਜਿਹੜੀਆਂ ਕਿ ਇੰਡਸਟਰੀਜ਼ ਦੇ ਆਪਣੇ ਕੰਮਾਂ ਕਾਰਨ ਹੁੰਦੀਆਂ ਨੇ, ਜਿਵੇਂ ਚੰਗੇ ਮੈਨੇਜਰ ਲਾ ਲਈ, ਸਕਿਲਡ ਲੇਬਰ ਲਾ ਲਏ, ਚੰਗੀਆਂ ਪਾਲਿਸੀਜ਼ ਬਣਾਤੀਆਂ। ਐਕਸਟਰਨ ਉਹ ਹੁੰਦੀਆਂ ਨੇ ਇੰਟਰਨਲ ਇਕੋਨਮੀਜ਼। ਐਕਸਟਰਨਲ ਇਕੋਨਮੀਜ਼ ਮਤਲਬ ਹੁੰਦਾ ਹੈ, ਜਿਨ੍ਹਾਂ ਨੂੰ ਆਪਾਂ ਐਕਸਟਰਨੈਲਿਟੀਜ਼ ਦੇ ਨਾਮ ਨਾਲ ਜਾਣਦੇ ਹਾਂ, ਕਿ ਬਾਹਰ ਦੀ ਕੋਈ ਚੀਜ਼ ਤੋਂ ਇੰਡਸਟਰੀ ਨੂੰ ਫਾਇਦਾ ਹੋਣਾ। ਜਿਵੇਂ ਚੰਗੀ ਰੋਡ ਬਣ ਗਈ ਤਾਂ ਆਉਣ ਜਾਣ ਦਾ ਜਿਹੜਾ ਹੈ ਮਾਰਕੀਟਿੰਗ ਕਰਨੀ ਜਾਂ ਇਨਪੁੱਟ ਨੂੰ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਤੇ ਲੈ ਕੇ ਜਾਣਾ ਮੋਬਾਈਲ ਹੋ ਜਾਏਗਾ, ਈਜ਼ੀ ਹੋ ਜਾਏਗਾ, ਸਸਤਾ ਹੋ ਜਾਏਗਾ, ਘੱਟ ਸਮੇਂ ਦੇ ਵਿੱਚ ਹੋਏਗਾ। ਪਾਵਰ ਸਪਲਾਈ ਹੋਏਗੀ ਤਾਂ ਲਾਈਟ ਨਹੀਂ ਜਾਏਗੀ ਇੰਡਸਟਰੀਜ਼ ਦੀ, ਜਿਸ ਦੇ ਨਾਲ ਉਹਨਾਂ ਨੂੰ ਵਧੀਆ ਇੰਡਸਟਰੀਜ਼ ਨੂੰ ਆਪਣਾ ਸਮਾਨ ਬਣਾਉਣ ਦਾ ਵਧੀਆ ਇੱਕ ਪ੍ਰੋਸੈਸ ਜਿਹੜਾ ਹੈ ਬਿਨਾਂ ਕਿਸੇ ਰੁਕਾਵਟ ਤੋਂ ਪੂਰਾ ਕਰ ਸਕਦੇ ਨੇ ਉਹ। ਸੋ ਦੂਸਰੀ ਜਿਹੜੀ ਹੈ ਇੰਡਿਵਿਜ਼ਿਬਿਲਿਟੀ, ਰੋਡਾਨ ਗੱਲ ਕਰਦੇ ਨੇ ਅਬਾਊਟ ਦ ਇੰਡਿਵਿਜ਼ਿਬਿਲਿਟੀ ਆਫ ਦ ਡਿਮਾਂਡ। ਇੰਡਿਵਿਜ਼ਿਬਿਲਿਟੀ ਆਫ ਡਿਮਾਂਡ ਦਾ ਮਤਲਬ ਹੈ ਕਿ ਜੇਕਰ ਇੱਕ ਇੰਡਸਟਰੀ ਬਣੇਗੀ, ਇੱਕ ਇੰਡਸਟਰੀ ਦੇ ਵਿੱਚ ਮੰਨ ਲਓ 1000 ਬੰਦੇ ਕੰਮ ਕਰ ਰਹੇ ਨੇ, ਉਹ 19 ਬੰਦੇ ਜਿਹੜੇ ਨੇ ਉਹਨਾਂ ਨੂੰ ਇਨਕਮ ਮਿਲੇਗੀ, ਠੀਕ ਹੈ। ਜੇ ਇਸੇ ਤਰੀਕੇ ਨਾਲ ਇੱਕ ਇੰਡਸਟਰੀ ਦੀ ਜਗ੍ਹਾ 100 ਇੰਡਸਟਰੀਜ਼ ਬਣਨਗੀਆਂ, 200 ਇੰਡਸਟਰੀਜ਼ ਬਣਨਗੀਆਂ, ਤਾਂ ਸਾਰਿਆਂ ਵਿੱਚ ਜੇਕਰ 1000 ਬੰਦਾ ਕੰਮ ਕਰ ਰਿਹਾ ਤਾਂ ਤੁਸੀਂ ਸੋਚੋ ਕਿ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਦੋਂ ਇਨਕਮ ਇਨਕਰੀਜ਼ ਹੋਏਗੀ। ਜਿਵੇਂ ਕਿਵੇਂ, ਇਸ ਨੂੰ ਇੱਕ ਐਗਜ਼ਾਮਪਲ ਨਾਲ ਕਰਦੇ ਹਾਂ। ਇੱਕ ਇੰਡਸਟਰੀ ਓਪਨ ਕੀਤੀ, ਉਸਦੇ ਵਿੱਚ ਮੰਨ ਲਓ 100 ਬੰਦੇ ਕੰਮ ਕਰਦੇ ਨੇ, ਉਹ 100 ਬੰਦੇ ਜਿਹੜੇ ਨੇ ਅੱਗੇ ਜਾ ਕੇ ਦੂਜੀਆਂ ਇੰਡਸਟਰੀਜ਼ ਦੇ ਪ੍ਰੋਡਕਟ ਨੂੰ ਪਰਚੇਜ਼ ਕਰਦੇ ਨੇ ਜਦੋਂ ਉਹਨਾਂ ਨੂੰ ਇਨਕਮ ਆਉਂਦੀ ਹੈ। ਬਟ ਜੇਕਰ ਇਹ ਇੱਕ ਇੰਡਸਟਰੀ ਨਾ ਹੋਵੇ, ਇਕੱਠੀਆਂ 100 200 300 500 ਇੰਡਸਟਰੀਜ਼ ਓਪਨ ਕੀਤੀਆਂ ਜਾਣ, ਜਾਂ ਇੱਕ ਦੀ ਜਗ੍ਹਾ ਦੇ ਉੱਤੇ 20 ਹੋਣ, ਇੱਕ ਐਗਜ਼ਾਮਪਲ ਦੇ ਤੌਰ ਤੇ ਇੱਕ ਦੀ ਜਗ੍ਹਾ ਤੇ 20 ਹੋਣ, ਤਾਂ 20 ਦੇ ਵਿੱਚ ਜੇਕਰ 100 ਬੰਦਾ ਹੋਏ ਤਾਂ ਉਹ ਅੱਗੇ ਹੋਰ ਇੰਡਸਟਰੀਜ਼ ਦੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਵਿੱਚ ਹੈਲਪ ਕਰੇਗਾ, ਕਿਉਂਕਿ ਉਹ ਇਨਕਮ ਅਰਨ ਕਰ ਰਹੇ ਨੇ। ਜਿਵੇਂ ਜਿਵੇਂ ਉਹ ਇਨਕਮ ਅਰਨ ਕਰ ਰਹੇ ਨੇ, ਉਹਦੇ ਨਾਲ ਇੱਕ ਚੇਨ ਚੱਲਣੀ ਸ਼ੁਰੂ ਹੋ ਜਾਏਗੀ ਕਿ ਜਿਵੇਂ ਕਿ ਜੇਕਰ ਜੁੱਤੇ ਬਣਾਉਣ ਦੀ ਇੰਡਸਟਰੀ ਖੁੱਲੀ ਤਾਂ ਜੁੱਤੇ ਬਣਾਉਣ ਵਾਲੀ ਇੰਡਸਟਰੀ ਦੇ ਵਰਕਰਸ ਨੇ ਜਾਂ ਉਹਨਾਂ ਦੇ ਇੰਪਲੋਈਜ਼ ਨੇ ਅੱਗੇ ਜਾ ਕੇ ਕੱਪੜੇ ਬਣਾਉਣ ਵਾਲੀ ਇੰਡਸਟਰੀਜ਼ ਤੋਂ ਡਿਮਾਂਡ ਕੀਤੀਆਂ। ਇਸੇ ਤਰੀਕੇ ਨਾਲ ਜੇ ਸਾਈਮਲਟੇਨੀਅਸਲੀ ਬੜੀਆਂ ਸਾਰੀਆਂ ਇੰਡਸਟਰੀਜ਼ ਓਪਨ ਕੀਤੀਆਂ ਜਾਣ ਤਾਂ ਉਸਦੇ ਨਾਲ ਇਕੋਨਮੀ ਦੇ ਵਿੱਚ ਡਿਮਾਂਡ ਇੰਡੀਵਿਜ਼ਿਬਿਲਿਟੀ ਦੇ ਵਿੱਚ ਆਏਗੀ, ਮਤਲਬ ਹਾਈ ਲੈਵਲ ਆਫ ਡਿਮਾਂਡ ਹੋਏਗੀ, ਜਿਹਦੇ ਨਾਲ ਇੰਡਸਟਰੀਜ਼ ਰੁਜ਼ਗਾਰ ਵੀ ਪ੍ਰੋਵਾਈਡ ਕਰਨਗੀਆਂ, ਉਹਨਾਂ ਦੇ ਪ੍ਰੋਫਿਟ ਵੀ ਇਨਕਰੀਜ਼ ਹੋ ਜਾਣਗੇ, ਤੇ ਫਰਦਰ ਜਿਹੜੀ ਹੈ ਰੀਪਰੋਡਕਸ਼ਨ ਦੀ ਪ੍ਰੋਸੈਸ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪ੍ਰੋਫਿਟ ਨੂੰ ਚੈਨਲਾਈਜ਼ ਕਰਕੇ ਦੁਬਾਰਾ ਤੋਂ ਬਿਜ਼ਨਸ ਨੂੰ ਐਕਸਪੈਂਡ ਕੀਤਾ ਜਾ ਸਕਦਾ ਹੈ। ਥਰਡ ਹੈ point is that indivisibility of supply of saving. So third point is indivisibilities of supply of saving. ਇਹ ਕਿਹਾ ਗਿਆ ਹੈ ਪ੍ਰੋਫੈਸਰ ਰੋਡਾਨ ਵੱਲੋਂ ਕਿ ਇੱਕ ਇਨਵੈਸਟਮੈਂਟ ਵੀ ਜਿਹੜੀ ਹੈ ਉਹ ਸੇਵਿੰਗ ਤੇ ਡਿਪੈਂਡ ਕਰਦੀ ਹੈ, ਹਨਾ। ਸੇਵਿੰਗ ਪੋਟੈਂਸ਼ੀਅਲ ਜਿਹੜਾ ਹੈ ਡਿਸਾਈਡ ਕਰਦਾ ਹੈ ਕਿ ਦੇਸ਼ ਦੇ ਵਿੱਚ ਕਿੰਨੀ ਇਨਵੈਸਟਮੈਂਟ ਹੋਏਗੀ। ਸੋ ਜਿੰਨੀ ਜ਼ਿਆਦਾ ਇਨਕਮ ਹੋਏਗੀ, ਕਿਉਂਕਿ ਆਪਾਂ ਨੂੰ ਪਤਾ ਕਿ ਸੇਵਿੰਗ ਜਿਹੜਾ ਹੈ ਉਹ ਇਨਕਮ ਦਾ ਫੰਕਸ਼ਨ ਹੈ, ਜਿੰਨੀ ਜ਼ਿਆਦਾ ਇਨਕਮ ਹੋਏਗੀ ਸਾਈਜ਼ ਆਫ ਇਨਕਮ ਡਿਸਾਈਡ ਕਰੇਗਾ ਕਿ ਕਿੰਨੀ ਜ਼ਿਆਦਾ ਇਨਵੈਸਟਮੈਂਟ ਇਨਕਰੀਜ਼ ਹੋਏ ਡਿਊ ਟੂ ਇਨਕਰੀਜ਼ ਇਨ ਸੇਵਿੰਗ। ਸੋ ਇਸ ਲਈ ਬੋਲਿਆ ਗਿਆ ਕਿ ਜੇਕਰ ਬਿਗ ਪੁਸ਼ ਕੀਤਾ ਜਾਏ ਇਸ ਤਰੀਕੇ ਦੇ ਨਾਲ ਕਿ ਲੋਕਾਂ ਦੀ ਇਨਕਮ ਲੋ ਇਨਕਮ ਪ੍ਰੋਫਾਈਲ ਤੋਂ ਹਾਈ ਇਨਕਮ ਪ੍ਰੋਫਾਈਲ ਵੱਲ ਜਾਏ, ਤਾਂ ਇਸ ਦੇ ਨਾਲ ਡੈਫੀਨੇਟਲੀ ਇਨਵੈਸਟਮੈਂਟ ਵੀ ਹਿਊਜ ਲੈਵਲ ਦੀ ਹੋਏਗੀ ਇਕੋਨਮੀ ਦੇ ਵਿੱਚ, ਜਿਹਦੇ ਨਾਲ ਰੇਟ ਆਫ ਸੇਵਿੰਗ ਵੀ ਵਧੇਗਾ, ਇਨਵੈਸਟਮੈਂਟ ਵੀ ਵਧੇਗੀ ਤੇ ਪ੍ਰੋਫਿਟਸ ਵੀ ਇਨਕਰੀਜ਼ ਹੋਣਗੇ।
ਸੋ ਇਸਦੇ ਕ੍ਰਿਟਿਸਿਜ਼ਮ ਦੇ ਬਾਰੇ ਆਪਾਂ ਬਹੁਤ ਸਿੰਪਲੀ ਇਹ ਗੱਲ ਕਹਿ ਦਿੰਦੇ ਹਾਂ ਕਿ ਇਹਦੇ ਕ੍ਰਿਟਿਸਿਜ਼ਮ ਦੇ ਲਈ ਇੱਕ ਥਿਊਰੀ ਦਿੱਤੀ ਗਈ ਹੈ ਜਿਸ ਨੂੰ ਆਪਾਂ ਕਿਸੇ ਲੈਕਚਰ ਦੇ ਵਿੱਚ ਐਕਸਪਲੇਨ ਕਰਾਂਗੇ, ਕ੍ਰਿਟੀਕਲ ਮਿਨੀਮਮ ਐਫਰਟ ਥਿਊਰੀ। ਸੋ ਕਹਿੰਦੇ ਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਇੱਕ ਬਿਗ ਪੁਸ਼ ਦੀ ਹੀ ਜ਼ਰੂਰਤ ਹੋਏ, ਅਸੀਂ ਸਲੋ ਸਮਾਲ ਡੋਜ਼ਿਸ ਆਫ ਇੰਜੈਕਸ਼ਨਸ ਲਗਾ ਕੇ ਵੀ ਜਿਹੜੀ ਹੈ ਇਕੋਨਮੀ ਦੀ ਤਬੀਅਤ ਜਿਹੜੀ ਹੈ ਉਹ ਸਹੀ ਕਰ ਸਕਦੇ ਹਾਂ। ਸੋ ਉਸ ਨੂੰ ਆਪਾਂ ਉਸ ਦੇ ਵਿੱਚ ਐਕਸਪਲੇਨ ਕਰਾਂਗੇ। ਨੈਕਸਟ ਹੈ ਕਿ ਰੋਸਟਨ ਰੋਡਾਨ ਨੇ ਸਿੰਪਲੀ ਸਿਰਫ 3 ਤਰ੍ਹਾਂ ਦੀਆਂ ਇੰਡੀਵਿਜ਼ਿਬਿਲਿਟੀਜ਼ ਨੂੰ ਐਕਸਪਲੇਨ ਕੀਤਾ ਹੈ। ਇਸ ਤਰੀਕੇ ਦੇ ਨਾਲ ਐਕਸਪਲੇਨ ਨਹੀਂ ਕੀਤਾ ਗਿਆ ਕਿ ਐਕਸਪੈਕਟੇਸ਼ਨਸ ਦਾ ਕੀ ਰੋਲ ਹੈ, ਇਹ ਨਹੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਿਰਫ ਇਕੋਨਮੀਜ਼ ਦੇ ਵਿੱਚ ਐਕਸਟਰਨੈਲਿਟੀਜ਼ ਹੀ ਕੰਮ ਨਹੀਂ ਕਰਦੀਆਂ ਸਿਸਟਮ ਦੇ ਵਿੱਚ, ਇੰਟਰਨੈਲਿਟੀਜ਼ ਵੀ ਜਿਹੜੀਆਂ ਨੇ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ ਇੰਟਰਨਲ ਇਕੋਨਮੀਜ਼, ਜਾਂ ਉਹ ਵੀ ਕੰਮ ਕਰਦੀਆਂ ਨੇ ਤੇ ਜਾਂ ਡਿਸਇਕੋਨਮੀਜ਼ ਵੀ ਨੇ ਸਿਸਟਮ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਇਨਫਲੂਐਂਸ ਹੈ ਇਕੋਨਮੀ ਦੇ ਵਿੱਚ। ਨਾਲ ਹੀ ਰੋਸਟਨ ਰੋਡਾਨ ਨੇ ਇਹ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਕੋਨਮੀ ਜਿਹੜੀ ਉਹ ਰਿਸੈਸ਼ਨ ਦੀ ਸਟੇਜ ਦੇ ਵਿੱਚ ਹੈ ਜਾਂ ਡਿਪਰੈਸ਼ਨ ਦੀ ਸਟੇਜ ਵਿੱਚ ਹੈ, ਜਾਂ ਬਿਜ਼ਨਸ ਸਾਈਕਲਸ ਇਕੋਨਮੀ ਨੂੰ ਕਿਵੇਂ ਇੰਪੈਕਟ ਕਰਦੇ ਨੇ। ਨੈਕਸਟ ਪੁਆਇੰਟ ਇਜ਼ 3 ਤਰ੍ਹਾਂ ਦੀਆਂ ਸੈਕਟਰਸ ਦੀ ਆਪਾਂ ਗੱਲ ਕਰਦੇ ਹਾਂ, ਐਗਰੀਕਲਚਰ, ਟੈਰਿਸ਼ਰੀ ਸੈਕਟਰ ਤੇ ਮੈਨੂਫੈਕਚਰਿੰਗ ਔਰ ਇੰਡਸਟਰੀ ਸੈਕਟਰ। ਸੋ ਇਹਨਾਂ ਤਿੰਨਾਂ ਸੈਕਟਰਸ ਦੇ ਬਾਰੇ ਗੱਲ ਡਿਟੇਲ 'ਚ ਨਹੀਂ ਕੀਤੀ ਗਈ। ਰੋਡਾਨ ਨੇ ਮੇਨਲੀ ਜਿਹੜਾ ਹੈ ਇਸ ਦੇ ਵਿੱਚ ਇੰਡਸਟਰੀਜ਼ ਦਾ ਰੋਲ ਹੀ ਜਿਹੜਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨ ਰਿਗਾਰਡ ਟੂ ਦ ਡਿਵੈਲਪਮੈਂਟ ਆਫ ਦ ਲੈਸ ਡਿਵੈਲਪ ਕੰਟਰੀਜ਼। ਬਟ ਰੋਸਟਨ ਇਹ ਭੁੱਲ ਗਏ ਨੇ ਕਿ ਲੈਸ ਡਿਵੈਲਪ ਕੰਟਰੀਜ਼ ਜ਼ਿਆਦਾਤਰ ਉਹ ਇਕੋਨਮੀਜ਼ ਨੇ ਜਿਹੜੀਆਂ ਪ੍ਰੀਡੋਮੀਨੇਟਲੀ ਐਗਰੀਕਲਚਰ ਇਕੋਨਮੀਜ਼ ਨੇ ਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੇ ਐਗਰੀਕਲਚਰ ਜਿਹੜਾ ਹੈ ਉਹ ਇਨਪੁਟ ਪ੍ਰੋਵਾਈਡ ਕਰਦੀ ਹੈ। ਇਸ ਕਰਕੇ ਐਗਰੀਕਲਚਰ ਦੀ ਬੇਸਿਕ ਡਿਵੈਲਪਮੈਂਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਐਗਰੀਕਲਚਰ ਡਿਵੈਲਪ ਹੋਏਗਾ ਤਾਂ ਹੀ ਅੱਗੇ ਇੰਡਸਟਰੀ ਵੱਲ ਨੂੰ ਆਪਾਂ ਜਾ ਸਕਦੇ ਹਾਂ। ਨੈਕਸਟ ਬੈਂਕਿੰਗ ਸੈਕਟਰ ਦਾ ਸੇਵਿੰਗ ਨੂੰ ਐਕਸਪਲੇਨ ਕਰਦੇ ਵਕਤ ਉਹਨਾਂ ਨੇ ਸਿਰਫ ਇਨਕਮ ਨੂੰ ਇਨਕਰੀਜ਼ ਕਰਨ ਤੇ ਜ਼ੋਰ ਦਿੱਤਾ, ਬਟ ਇਹ ਜ਼ੋਰ ਨਹੀਂ ਦਿੱਤਾ ਗਿਆ ਕਿ ਅੱਜ ਕੱਲ੍ਹ ਇਨਵੈਸਟਮੈਂਟ ਕਰਨ ਦੇ ਬਹੁਤ ਸਾਰੇ ਤਰੀਕੇ ਨੇ। ਇਨਵੈਸਟਮੈਂਟ ਕਰਨ ਦਾ ਸਭ ਤੋਂ ਵੱਡਾ ਤਰੀਕਾ ਹੈ ਕਿ ਜਿਹੜੀ ਬੈਂਕ ਦੇ ਵੱਲੋਂ ਜਿਹੜਾ ਹੈ ਉਹ ਲੋਨ ਦਿੱਤਾ ਜਾਂਦਾ ਹੈ। ਇੱਥੇ ਰਿਸਰਚ ਤੇ ਡਿਵੈਲਪਮੈਂਟ, ਟੈਕਨੋਲੋਜੀ ਦੇ ਬਾਰੇ, ਸਾਇੰਟੀਫਿਕ ਰੈਵੋਲਿਊਸ਼ਨਸ ਦੇ ਬਾਰੇ ਰੋਡਾਨ ਕੁਛ ਵੀ ਨਹੀਂ ਕਰਦੇ। ਇਹ ਨਹੀਂ ਐਕਸਪਲੇਨ ਕੀਤਾ ਗਿਆ ਕਿਸੇ ਵੀ ਲੈਵਲ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਲੈਸ ਡਿਵੈਲਪ ਕੰਟਰੀਜ਼ ਜਿਹੜੀਆਂ ਨੇ ਉਹ ਐਕਸਪਲੋਇਟ ਕੀਤੀਆਂ ਜਾਂਦੀਆਂ ਨੇ ਡਿਊ ਟੂ ਦੇਅਰ ਡਿਪੈਂਡੈਂਸ ਔਨ ਦ ਡਿਵੈਲਪ ਕੰਟਰੀਜ਼। ਉਹਨਾਂ ਦੇ ਪੋਲੀਟੀਕਲ ਸਿਸਟਮ ਦਾ, ਉਹਨਾਂ ਦੇ ਰਿਲੀਜੀਅਸ ਸਿਸਟਮ ਦਾ, ਉਹਨਾਂ ਦੇ ਸੋਸ਼ਲ ਸਿਸਟਮ ਦਾ, ਬਹੁਤ ਸਾਰਾ ਉਹਨਾਂ ਦੀ ਸੋਚ ਦਾ ਕਿ ਪੜ੍ਹੇ ਲਿਖੇ ਨੇ ਲੋਕ ਜਾਂ ਘੱਟ ਪੜ੍ਹੇ ਲਿਖੇ ਨੇ, ਉਹਨਾਂ ਦਾ ਬਹੁਤ ਇੰਪੈਕਟ ਜਿਹੜਾ ਹੈ ਗਰੋਥ ਪ੍ਰੋਸੈਸ ਤੇ ਪੈਂਦਾ ਹੈ, ਜਿਨ੍ਹਾਂ ਪੁਆਇੰਟਸ ਨੂੰ ਇਸ ਥਿਊਰੀ ਦੇ ਵਿੱਚ ਨੈਗਲੈਕਟ ਕੀਤਾ ਗਿਆ। ਥੈਂਕ ਯੂ।